ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਸਾਖੀ ਬਾਰੇ ਗੱਲ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਵੇਗੀ ਅਤੇ ਇਸ ਸਾਖੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਘੰਟੀ ਜ਼ਰੂਰ ਦੱਬ ਦਿਓ ਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ। ਆਓ ਹੁਣ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਪਿੰਡ ਗੋਬਿੰਦਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਦੀ ਮਾਤਾ ਬੀਬੀ ਭਾਨੀ ਤੇ ਪਿਤਾ ਗੁਰੂ ਰਾਮਦਾਸ ਜੀ ਸਨ। ਗੁਰੂ ਅਮਰਦਾਸ ਜੀ ਉਹਨਾਂ ਦੇ ਨਾਨਾ ਜੀ ਸਨ। ਗੁਰੂ ਅਮਰਦਾਸ ਜੀ ਨੇ ਅਰਜਨ ਦੇਵ ਜੀ ਦੀ ਵਿੱਦਿਆ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਗੁਰਮੁਖੀ ਉਹਨਾਂ ਨੇ ਅਰਜਨ ਦੇਵ ਜੀ ਨੂੰ ਖੁਦ ਪੜ੍ਹਾਈ ਅਤੇ ਮਾਮਾ ਮੋਰੀ ਜੀ ਨੇ ਗਿਣਤ ਦੀ ਵਿੱਦਿਆ ਦਿੱਤੀ। ਦੇਵਨਾਗਰੀ ਉਹਨਾਂ ਪਿੰਡ ਦੇ ਪਾਂਦੇ ਪਾਸੋਂ ਸਿੱਖੀ। ਫਾਰਸੀ ਪਿੰਡ ਦੇ ਮੌਲਵੀ ਪਾਸੋਂ ਪੜ੍ਹੀ। ਸੰਸਕ੍ਰਿਤੀ ਦਾ ਗਿਆਨ ਪਿੰਡ ਦੇ ਪੰਡਤ ਪਾਸੋਂ ਲਿਆ। ਰਾਗ ਵਿੱਦਿਆ ਦੇ ਉਹ ਬੜੇ ਪਾਰਖੂ ਬਣੇ, ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰਾਗਾਂ ਵਿੱਚ ਵੰਡਿਆ ਤੇ ਆਪ ਰਾਗਾਂ ਵਿੱਚ ਬਾਣੀ ਰਚੀ। ਘੋੜ ਸਵਾਰੀ ਤੇ ਤੀਰ ਅੰਦਾਜ਼ੀ ਉਹਨਾਂ ਦੀ ਕਮਾਲ ਦੀ ਸੀ। ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ ਯੋਗ ਜਾਣ ਕੇ 28 ਅਗਸਤ 1581 ਈਸਵੀ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। 4 ਦਿਨਾਂ ਪਿੱਛੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ। ਕੁਝ ਲੋਕਾਂ ਵਿੱਚ ਇਹ ਭੁਲੇਖਾ ਹੈ ਕਿ ਸ਼ਸਤਰ ਵਿੱਦਿਆ ਤੇ ਜ਼ੋਰ ਸਿਰਫ 6ਵੇਂ ਗੁਰੂ ਤੇ 10ਵੀਂ ਪਾਤਸ਼ਾਹ ਨੇ ਹੀ ਦਿੱਤਾ, ਬਾਕੀ ਗੁਰੂ ਸਾਹਿਬਾਂ ਨੇ ਨਹੀਂ। ਪਰ ਇਸ ਸਾਖੀ ਵਿੱਚ ਅਸੀਂ ਜਾਣਿਆ ਕਿ ਗੁਰੂ ਅਰਜਨ ਦੇਵ ਜੀ ਵੀ ਘੋੜ ਸਵਾਰੀ, ਤੀਰ ਅੰਦਾਜ਼ੀ ਵਿੱਚ ਨਿਪੁੰਨ ਸਨ ਤੇ ਉਹਨਾਂ ਦੀ ਸਿਖਲਾਈ ਗੁਰੂ ਅਮਰਦਾਸ ਜੀ ਨੇ ਤੇ ਗੁਰੂ ਰਾਮਦਾਸ ਜੀ ਦੇ ਦੇਖ ਰੇਖ ਵਿੱਚ ਹੋਈ। ਸੋ ਸ਼ਸਤਰਾਂ ਦੀ ਅਹਿਮੀਅਤ ਸਿੱਖੀ ਵਿੱਚ ਸ਼ੁਰੂ ਤੋਂ ਹੀ ਹੈ। ਪ੍ਰਿਥਵੀ ਚੰਦ ਗੁਰੂ ਅਰਜਨ ਦੇਵ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਹੁਤ ਪਰੇਸ਼ਾਨ ਸੀ, ਕਿਉਂਕਿ ਉਹ ਆਪ ਗੁਰੂ ਬਣਨਾ ਚਾਹੁੰਦਾ ਸੀ। ਉਸਨੇ ਸੋਚਿਆ ਕਿ ਜੇ ਦਰਬਾਰ ਨੂੰ ਆਰਥਿਕ ਪੱਖੋਂ ਸੱਟ ਮਾਰੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਘਬਰਾ ਜਾਣਗੇ ਤੇ ਫਿਰ ਉਹ ਗੁਰਗੱਦੀ ਤੇ ਕਬਜ਼ਾ ਕਰ ਲਵੇਗਾ। ਉਸਨੇ ਸ਼ਹਿਰ ਦੀ ਚੁੰਗੀ ਦੀ ਆਮਦਨ ਆਪਣੇ ਕਬਜ਼ੇ ਵਿੱਚ ਕਰਨੀ ਆਰੰਭ ਕਰ ਦਿੱਤੀ। ਉਧਰ ਪ੍ਰਿਥਵੀ ਚੰਦ ਦੇ ਮਸੰਦ ਸ਼ਹਿਰ ਦੇ ਬਾਹਰ ਹੀ ਡੇਰਾ ਲਾ ਲੈਂਦੇ ਅਤੇ ਆਉਣ ਵਾਲੀਆਂ ਸੰਗਤਾਂ ਤੋਂ ਕਾਰ ਭੇਟ ਦੀ ਸੇਵਾ ਲੈ ਕੇ ਪ੍ਰਿਥਵੀ ਚੰਦ ਦੇ ਡੇਰੇ ਤੇ ਪਹੁੰਚਾ ਦਿੰਦੇ। ਸੰਗਤਾਂ ਗੁਰੂਦੁਆਰ ਵਿੱਚ ਪਹੁੰਚ ਜਾਂਦੀਆਂ ਤੇ ਉੱਥੇ ਲੰਗਰ ਛਕਦੀਆਂ। ਗੁਰੂ ਘਰ ਦੀ ਆਮਦਨ ਘਟਦੀ ਲਗਾਤਾਰ ਬੰਦ ਹੋ ਗਈ ਤੇ ਖਰਚਾ ਉਸ ਤਰ੍ਹਾਂ ਹੀ ਜਾਰੀ ਰਿਹਾ। ਜਿਸ ਤਰ੍ਹਾਂ ਗੁਰੂ ਘਰ ਦੀ ਆਰਥਿਕ ਸਥਿਤੀ ਤੇ ਸੱਟ ਵੱਜੀ, ਇਸੇ ਤਰ੍ਹਾਂ ਲੰਗਰ 2 ਸਮੇਂ ਛਕਾਉਣ ਦੀ ਥਾਂ ਇੱਕ ਵਾਰ ਹੀ ਛਕਿਆ ਜਾਣ ਲੱਗ ਪਿਆ। ਲੰਗਰ ਨੂੰ ਚੱਲਦਾ ਰੱਖਣ ਲਈ ਗੁਰੂ ਸਾਹਿਬ ਨੇ ਪਹਿਲਾਂ ਆਪਣੀ ਪਤਨੀ ਗੰਗਾ ਦੇ ਜ਼ੇਵਰ ਵੇਚੇ, ਫਿਰ ਘਰ ਦਾ ਸਮਾਨ ਅਤੇ ਆਪ ਜੀ ਨੇ ਗੋਬਿੰਦਵਾਲ ਤੋਂ ਬਾਬਾ ਮੋਰੀ ਜੀ ਅਤੇ ਬਾਬਾ ਮੋਹਣੀ ਜੀ ਤੋਂ ਕੁਝ ਮਾਇਆ ਵੀ ਮੰਗੀ। ਰੋਜ਼ਾਨਾ ਖਰਚੇ ਇਸ ਤਰ੍ਹਾਂ ਨਹੀਂ ਚੱਲ ਸਕਦੇ ਸਨ। ਸ਼ਹਿਰ ਦੀ ਉਸਾਰੀ ਵੀ ਰੁਕ ਗਈ। ਭਾਈ ਬਲਵੱਡ ਤੇ ਭਾਈ ਸੱਤਾ ਦੋਵੇਂ ਭਰਾ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨੀਆਂ ਕਰਿਆ ਕਰਦੇ ਸਨ। ਕੀਰਤਨ ਹੀ ਇਹਨਾਂ ਦੀ ਰੋਜੀ ਰੋਟੀ ਦਾ ਸਿਲਸਿਲਾ ਸੀ। ਸੱਤੇ ਦੀ ਲੜਕੀ ਦੇ ਵਿਆਹ ਦਾ ਸਮਾਂ ਆ ਗਿਆ। ਉਸ ਨੇ ਗੁਰੂ ਜੀ ਕੋਲ ਵਿਆਹ ਲਈ ਕਾਫੀ ਮਾਇਆ ਮੰਗੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਗੁਰੂ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਲੰਗਰ ਤੱਕ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਅਸੀਂ ਮੂੰਹੋਂ ਮੰਗੀ ਮਾਇਆ ਤਾਂ ਨਹੀਂ ਦੇ ਸਕਦੇ, ਥੋੜੀ ਬਹੁਤ ਸਹਾਇਤਾ ਜ਼ਰੂਰ ਕਰ ਸਕਦੇ ਹਾਂ। ਇਸ ਗੱਲ ਦਾ ਪਤਾ ਲੱਗਣ ਤੇ ਪ੍ਰਿਥਵੀ ਚੰਦ ਨੇ ਭਾਈ ਸੱਤੇ ਅਤੇ ਬਲਵੱਡ ਨੂੰ ਉਕਸਾ ਦਿੱਤਾ ਕਿ ਜੇ ਗੁਰੂ ਭੇਟਾ ਨਹੀਂ ਦੇ ਸਕਦਾ ਤਾਂ ਫਿਰ ਤੁਹਾਡਾ ਉੱਥੇ ਕੀਰਤਨ ਕਰਨ ਦਾ ਕੀ ਲਾਭ ਹੈ। ਪ੍ਰਿਥਵੀ ਚੰਦ ਦੀ ਚਾਲ ਚੱਲ ਗਈ। ਦੋਵੇਂ ਰਵਾਬੀਆਂ ਨੇ ਗੁਰਦੁਆਰ ਵਿੱਚ ਕੀਰਤਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਪ ਹੀ ਕੀਰਤਨ ਕਰਿਆ ਕਰੋ। ਗੁਰੂ ਸਾਹਿਬ ਆਪ ਵੀ ਕੀਰਤਨ ਦੀ ਗੁੜਤੀ ਵਿੱਚ ਹੀ ਪੜ੍ਹੇ ਸਨ। ਆਪ ਇੱਕ ਨਿਪੁੰਨ ਕੀਰਤਨੀਏ ਸਨ। ਗੁਰੂ ਸਾਹਿਬ ਤੇ ਸਿੱਖ ਆਪ ਹੀ ਕੀਰਤਨ ਕਰਨ ਲੱਗ ਪਏ। ਰਵਾਬੀਆਂ ਦੀ ਕੋਈ ਘਾਟ ਨਾ ਮਹਿਸੂਸ ਹੋਈ। ਇੰਜ ਪ੍ਰਿਥਵੀ ਚੰਦ ਤੇ ਉਸ ਦੇ ਹਿਮਾਇਤੀਆਂ ਦਾ ਇੱਕ ਵਾਰ ਖਾਲੀ ਚਲਾ ਗਿਆ। ਭਾਈ ਗੁਰਦਾਸ ਜੀ ਗੁਰਮਤਿ ਦੇ ਪ੍ਰਮੁੱਖ ਵਿਆਖਿਆਕਾਰਨ ਅਤੇ ਕਈ ਭਾਸ਼ਾਵਾਂ ਦੇ ਵਿਦਵਾਨ ਸਨ। ਆਪ ਜੀ ਨੂੰ ਗੁਰੂ ਰਾਮਦਾਸ ਜੀ ਨੇ
ਧਰਮ ਪ੍ਰਚਾਰ ਕਰਨ ਲਈ ਉੱਤਰ ਭਾਰਤ ਵਿੱਚ ਭੇਜਿਆ ਹੋਇਆ ਸੀ। ਆਪ ਆਗਰੇ ਤੇ ਕਾਸ਼ੀ ਵਿੱਚ ਨਿਵਾਸ ਰੱਖ ਕੇ ਆਸ-ਪਾਸ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਹੇ ਸਨ। ਇਹਨਾਂ ਦਿਨਾਂ ਵਿੱਚ ਆਪ ਵਾਪਸ ਆ ਗਏ। ਰਸਤੇ ਵਿੱਚ ਆਪ ਨੂੰ ਬਾਬਾ ਮੋਰੀ ਤੇ ਬਾਬਾ ਮੋਹਨ ਜੀ ਨੇ ਪ੍ਰਿਥਵੀ ਚੰਦ ਦੀਆਂ ਸਾਜ਼ਿਸ਼ਾਂ ਦਾ ਸਭ ਕੁਝ ਦੱਸ ਦਿੱਤਾ ਅਤੇ ਲੰਗਰ ਦੀ ਦਿਸ਼ਾ ਬਾਰੇ ਵੀ ਦੱਸਿਆ। ਇਹ ਸਭ ਸੁਣ ਕੇ ਆਪ ਬੜੇ ਪਰੇਸ਼ਾਨ ਹੋਏ। ਆਪ ਨੇ ਬਾਬਾ ਬੁੱਢਾ ਜੀ ਅਤੇ ਹੋਰ ਮੁਖੀ ਸਿੱਖਾਂ ਨਾਲ ਵਿਚਾਰ ਕੀਤਾ। ਆਪ ਦੇ ਕਹਿਣ ਤੇ ਸਭ ਨੇ ਪ੍ਰਿਥਵੀ ਚੰਦ ਦੀਆਂ ਸਾਜ਼ਿਸ਼ਾਂ ਬਾਰੇ ਸਭ ਨੂੰ ਦੱਸਣ ਦਾ ਮਨ ਬਣਾ ਲਿਆ। ਸ਼ਹਿਰ ਦੇ ਬਾਹਰ ਵੱਖ-ਵੱਖ ਥਾਵਾਂ ਤੇ ਸਿੱਖਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਦੱਸਦੇ ਕਿ ਇਸ ਤਰ੍ਹਾਂ ਪ੍ਰਿਥਵੀ ਚੰਦ ਉਹਨਾਂ ਦੀ ਕਾਰ ਸੇਵਾ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਗੁਰਦੁਆਰੇ ਦੀ ਆਰਥਿਕ ਸਥਿਤੀ ਤੇ ਸੱਟ ਮਾਰ ਰਿਹਾ ਹੈ। ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਅਤੇ ਹੋਰ ਸ਼ਰਧਾਲੂ ਸਿੱਖਾਂ ਨੇ ਜਤਨ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਤੇ ਉਹ ਕਾਰ ਭੇਟਾ ਸਿੱਧੀ ਗੁਰਦੁਆਰੇ ਵਿੱਚ ਪਹੁੰਚਾਉਣ ਲੱਗੇ। ਇੰਜ ਕੁਝ ਕੁ ਦਿਨਾਂ ਵਿੱਚ ਹੀ ਪਾਸਾ ਪਲਟ ਗਿਆ ਤੇ ਗੁਰੂ ਘਰ ਦੀ ਨਾਕਾਬੰਦੀ ਟੁੱਟ ਗਈ। ਇਹ ਨਾਕਾਬੰਦੀ ਅਕਤੂਬਰ 1581 ਤੋਂ ਅਪ੍ਰੈਲ 1582 ਤੱਕ ਜਾਰੀ ਰਹੀ ਸੀ। ਭਾਈ ਗੁਰਦਾਸ ਜੀ ਦੇ ਆਉਣ ਨਾਲ ਜਿੱਥੇ ਪ੍ਰਿਥਵੀ ਚੰਦ ਦੀ ਚਾਲ ਨਾਕਾਮ ਹੋ ਗਈ, ਉੱਥੇ ਰਵਾਬੀ ਸੱਤੇ ਤੇ ਬਲਵੱਡ ਦਾ ਭਰਮ ਚਾਲ ਵੀ ਟੁੱਟ ਗਿਆ। ਪ੍ਰਿਥਵੀ ਚੰਦ ਨੇ ਤਾਂ ਉਹਨਾਂ ਨੂੰ ਵਰਤਿਆ ਹੀ ਸੀ, ਜਿਸ ਕਾਰਨ ਉਸ ਨੇ ਉਹਨਾਂ ਦੀ ਧਨ ਨਾਲ ਕੋਈ ਵੀ ਸਹਾਇਤਾ ਨਾ ਕੀਤੀ। ਗੁਰੂ ਸਾਹਿਬ ਦੇ ਹੁਕਮ ਨਾਲ ਸਿੱਖ ਵੀ ਉਹਨਾਂ ਨੂੰ ਨਹੀਂ ਬੁਲਾਉਂਦੇ ਸਨ। ਰੋਜ਼ੀ ਰੋਟੀ ਦਾ ਹੋਰ ਵੀ ਕੋਈ ਵਸੀਲਾ ਨਹੀਂ ਦਿਖ ਰਿਹਾ ਸੀ। ਉਹਨਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ। ਜਦੋਂ ਹਾਲਤ ਖਰਾਬ ਹੋ ਗਈ ਤਾਂ ਉਹ ਲਾਹੌਰ ਦੇ ਇੱਕ ਸ਼ਰਧਾਲੂ ਸਿੱਖ ਭਾਈ ਲੱਤਾ ਜੀ ਪਾਸ ਗਏ। ਭਾਈ ਲੱਤਾ ਜੀ ਦੂਸਰਿਆਂ ਦੇ ਕੰਮ ਸਵਾਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਸਨ। ਇਸ ਲਈ ਸਿੱਖ ਸੰਗਤਾਂ ਵਿੱਚ ਆਪ ਭਾਈ ਲੱਦਾ ਪਰਉਪਕਾਰੀ ਕਰਕੇ ਜਾਣੇ ਜਾਂਦੇ ਸਨ। ਰਬਾਬੀਆਂ ਦੀ ਦਸ਼ਾ ਵੇਖ ਕੇ ਉਹਨਾਂ ਦੇ ਮਨ ਵਿੱਚ ਰਹਿਮ ਆ ਗਿਆ। ਭਾਈ ਸੱਤਾ ਤੇ ਬਲਵੱਡ ਨੂੰ ਨਾਲ ਲੈ ਕੇ ਅੰਮ੍ਰਿਤਸਰ ਆ ਗਏ ਤੇ ਗੁਰੂ ਦਰਬਾਰ ਵਿੱਚ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੁਣ ਇਹਨਾਂ ਨੂੰ ਕਾਫੀ ਸਜ਼ਾ ਮਿਲ ਚੁੱਕੀ ਹੈ। ਇਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਤੇ ਆਪਣੇ ਕੀਤੇ ਤੇ ਇਹ ਬਹੁਤ ਜ਼ਿਆਦਾ ਸ਼ਰਮਿੰਦਾ ਹਨ ਅਤੇ ਆਪ ਜੀ ਤੋਂ ਖੇਮਾ ਮੰਗਣ ਆਏ ਹਨ। ਕਿਰਪਾ ਕਰਕੇ ਇਹਨਾਂ ਨੂੰ ਮਾਫ ਕਰ ਦਿਓ ਅਤੇ ਫਿਰ ਤੋਂ ਗੁਰਦੁਆਰੇ ਵਿੱਚ ਕੀਰਤਨ ਕਰਨ ਦੀ ਆਗਿਆ ਦੇ ਦਿਓ। ਸਤਿਗੁਰ ਜੀ ਨੇ ਬੇਨਤੀ ਮੰਨ ਲਈ। ਜਦੋਂ ਸੱਤੇ ਤੇ ਬਲਵੱਡ ਨੂੰ ਮਾਫੀ ਮਿਲ ਗਈ ਤਾਂ ਉਹਨਾਂ ਨੇ ਗੁਰੂ ਉਪਮਾ ਵਿੱਚ 8 ਪੌੜੀਆਂ ਦੀ ਇੱਕ ਵਾਰ ਲਿਖੀ ਅਤੇ ਗੁਰਦੁਆਰੇ ਵਿੱਚ ਸੁਣਾਈ। ਇਸ ਵਾਰ ਦੀਆਂ ਪਹਿਲੀਆਂ 3 ਪੌੜੀਆਂ ਭਾਈ ਬਲਵੱਡ ਜੀ ਦੀਆਂ ਸਨ ਅਤੇ ਆਖਰੀ 5 ਪੌੜੀਆਂ ਭਾਈ ਸੱਤਾ ਜੀ ਦੀਆਂ ਸਨ। ਇਸ ਵਾਰ ਵਿੱਚ ਸਾਰੇ 5 ਗੁਰੂਆਂ ਦੀ ਉਸਤਤ ਕੀਤੀ ਗਈ। ਰਾਮਕਲੀ ਰਾਗ ਵਿੱਚ ਉਚਾਰ ਇਹ ਵਾਰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਕੀਤੀ। ਗੁਰੂ ਘਰ ਦੇ ਵਿਰੁੱਧ ਪ੍ਰਿਥਵੀ ਚੰਦ ਦੀ ਅਗਵਾਈ ਵਿੱਚ ਜਾਤ ਭੁਮਾਨੀ ਲੋਕਾਂ ਦੀ ਸਾਜ਼ਿਸ਼ਾਂ ਦੀ ਨਾਕਾਮੀ ਦੀ ਇੱਕ ਅਟੱਲ ਯਾਦਗਾਰ ਹੈ। ਕਿਸੇ ਵੀ ਲਹਿਰ ਨੂੰ ਮਜ਼ਬੂਤੀ ਨਾਲ ਚਲਾਉਣ ਲਈ ਉਸ ਦਾ ਆਰਥਿਕ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿਥਵੀ ਚੰਦ ਦੁਆਰਾ ਕੀਤੀ ਗਈ ਨਾਕਾਬੰਦੀ ਨੇ ਇਹ ਗੱਲ ਪ੍ਰਗਟ ਕਰ ਦਿੱਤੀ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਨਾਲ ਲਹਿਰ ਬਹੁਤ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਅਤ ਜ਼ਰੂਰੀ ਕੰਮ ਰੁਕ ਜਾਂਦੇ ਹਨ। ਅੱਜ ਲੋੜ ਹੈ ਪੰਥ ਤੇ ਕਬਜ਼ਾ ਕਰਨ ਵਾਲੇ ਪ੍ਰਿਥਵੀ ਚੰਦਾਂ ਨੂੰ ਪਛਾਣਨ ਦੀ, ਜਿਨ੍ਹਾਂ ਨੇ ਪੰਥ ਦੇ ਸਾਰੇ ਸਰਮਾਇਆਂ ਦੀ ਨਾਕਾਬੰਦੀ ਕੀਤੀ ਹੋਈ ਹੈ ਤੇ ਇਹ ਸਾਰਾ ਪੈਸਾ ਸਰਗਰਮੀਆਂ, ਇਮਾਰਤਾਂ ਅਤੇ ਆਪਣੇ ਨਿੱਜੀ ਰਾਜਨੀਤਿਕ ਸੌਦਿਆਂ ਲਈ ਵਰਤਦੇ ਹਨ ਅਤੇ ਉਸ ਨੂੰ ਵਿਅਰਥ ਕਰਦੇ ਹਨ। ਸਿੱਖ ਸੰਗਤਾਂ ਨੂੰ ਅਕਲ ਦੇ ਨਾਲ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਪੰਥ ਦਾ ਪੈਸਾ ਗਰੀਬ ਤੇ ਲੋੜਵੰਦ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਹੀ ਇਸਤੇਮਾਲ ਹੋਵੇ। ਗੁਰੂ ਨਾਨਕ ਸਾਹਿਬ ਦੁਆਰਾ ਚਲਾਈ ਗਈ ਲਹਿਰ ਤਾਂ ਮਨੁੱਖ ਨੂੰ ਉਸ ਦੇ ਜੀਵਨ ਦੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਭ ਖੇਤਰਾਂ ਵਿੱਚ ਅਗਵਾਈ ਦਿੰਦੀ ਆ ਰਹੀ ਸੀ ਤੇ ਇਹ ਅਗਵਾਈ ਜਾਰੀ ਵੀ ਰਹਿਣੀ ਸੀ। ਇਸ ਲਈ ਜਿੱਥੇ ਲੋੜ ਸ਼ਕਤੀ ਦੀ ਲੋੜ ਸੀ, ਉੱਥੇ ਬੇਅੰਤ ਮਾਇਆ ਦੀ ਲੋੜ ਸੀ। ਗੁਰੂ ਜੀ ਨੇ ਸਿੱਖਾਂ ਦਾ ਕੇਂਦਰੀ ਸ਼ਹਿਰ ਗੁਰੂ ਕਾ ਚੱਕ ਅੰਮ੍ਰਿਤਸਰ ਬਣਾਇਆ। ਅੰਮ੍ਰਿਤਸਰ ਬਣਾਉਣਾ ਆਰੰਭ ਕੀਤਾ ਹੋਇਆ ਸੀ।
ਉਸ ਲਈ ਵੀ ਲੱਖਾਂ ਰੁਪਇਆਂ ਦੀ ਲੋੜ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਹਰ ਇੱਕ ਸਿੱਖ ਪਰਿਵਾਰ ਆਪਣੀ ਕਮਾਈ ਵਿੱਚੋਂ 10ਵਾਂ ਹਿੱਸਾ ਸਾਂਝੀ ਕੌਮ ਕਰਜ਼ਾਂ ਲਈ ਗੁਰੂ ਗੋਲਕ ਜਾਂ ਕੌਮੀ ਖਜ਼ਾਨੇ ਵਿੱਚ ਭੇਜਿਆ ਜਾਵੇ। ਇਸ ਨੂੰ ਦਸਵੰਧ ਦਾ ਨਾਮ ਦਿੱਤਾ ਗਿਆ। ਇਹ ਮਾਇਆ ਮਸੰਦਾਂ ਰਾਹੀਂ ਵੀ ਭੇਜੀ ਜਾ ਸਕਦੀ ਸੀ, ਜਿਹੜੇ ਕਿ ਇਸ ਕੰਮ ਲਈ ਗੁਰੂ ਰਾਮਦਾਸ ਜੀ ਦੁਆਰਾ ਨਿਯੁਕਤ ਕੀਤੇ ਗਏ ਸਨ। ਕਈ ਮਸੰਦ ਲਾਲਚੀ ਹੋ ਗਏ ਸਨ ਤੇ ਕਈ ਪ੍ਰਿਥਵੀ ਚੰਦ ਦੀਆਂ ਸਾਜ਼ਿਸ਼ਾਂ ਵਿੱਚ ਸ਼ਾਮਿਲ ਹੋਣ ਕਰਕੇ ਗੁਰੂ ਜੀ ਕੋਲ ਆਪਣਾ ਭਰੋਸਾ ਗਵਾ ਚੁੱਕੇ ਸਨ। ਸੋ ਗੁਰੂ ਜੀ ਨੇ ਕਈ ਮਸੰਦ ਥਾਪੇ ਅਤੇ ਨਾਲ ਇਹ ਵੀ ਉਦੇਸ਼ ਦਿੱਤਾ ਕਿ ਹਰੇਕ ਮਸੰਦ ਇਕੱਠੇ ਕੀਤੇ ਦਸਵੰਧ ਦਾ ਹਿਸਾਬ ਲਿਖਤੀ ਰੱਖਿਆ ਕਰੇ। ਇਸ ਤਰ੍ਹਾਂ ਦਸਵੰਧ ਭੇਜਣ ਵਾਲੇ ਸਿੱਖ ਆਪਣੀ ਦਿੱਤੀ ਰਕਮ ਆਪਣੇ ਸਾਹਮਣੇ ਹੀ ਬਹੀ ਵਿੱਚ ਦਰਜ ਕਰਵਾ ਦਿੰਦੇ ਸਨ ਅਤੇ ਉਹ ਬਹੀ ਗੁਰੂ ਜੀ ਦੇ ਸਾਹਮਣੇ ਪੇਸ਼ ਕੀਤੀ ਜਾਂਦੀ ਸੀ। ਗਰਾਹੀ ਨੂੰ ਗੁਰੂਦੁਆਰ ਵਿੱਚ ਲਿਆਉਣ ਦਾ ਇੱਕ ਹੋਰ ਨਿਯਮ ਵੀ ਬੰਨ੍ਹ ਦਿੱਤਾ ਗਿਆ। ਆਮ ਤੌਰ ਤੇ ਦਸਵੰਧ ਵਿਸਾਖੀ ਤੇ ਗੁਰੂ ਦੇ ਚੱਕ ਆਉਂਦੇ ਸਨ ਤੇ ਨਾਲ ਇਲਾਕੇ ਦੇ ਸ਼ਰਧਾਲੂ ਸਿੱਖ ਵੀ ਆਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਹੀ ਗਰਾਹੀ ਦੀ ਰਕਮ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕੀਤੀ ਜਾਂਦੀ ਸੀ। ਸਿੱਖ ਸੰਗਤਾਂ ਆਪ ਵੀ ਸਮੇਂ-ਸਮੇਂ ਦਸਵੰਧ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੰਦੀਆਂ ਸਨ। ਦਸਵੰਧ ਦੀ ਪ੍ਰਥਾ ਕਾਰਨ ਕੁਝ ਹੀ ਸਮੇਂ ਵਿੱਚ ਸਿੱਖ ਲਹਿਰ ਮੁੜ ਪੱਕੇ ਪੈਰਾਂ ਤੇ ਖੜੀ ਹੋ ਗਈ। ਇਸ ਦੇ ਨਾਲ-ਨਾਲ ਗੁਰੂ ਜੀ ਨੇ ਸਿੱਖਾਂ ਨੂੰ ਵਪਾਰ ਕਰਨ ਦੀ ਪ੍ਰੇਰਨਾ ਵੀ ਦਿੱਤੀ। ਗੁਰੂ ਰਾਮਦਾਸ ਜੀ ਨੇ 52 ਵੱਖ-ਵੱਖ ਕਿੱਤੇ ਦੇ ਲੋਕਾਂ ਨੂੰ ਗੁਰੂ ਦੇ ਚੱਕ ਵਿੱਚ ਵਸਾਇਆ ਸੀ ਤਾਂ ਜੋ ਨਿਗਰਾਨੀ ਨੂੰ ਉਦਯੋਗੀ ਦੇ ਰੂਪ ਵਿੱਚ ਲਿਆਂਦਾ ਜਾਵੇ ਅਤੇ ਸਿੱਖ ਆਰਥਿਕ ਪੱਖੋਂ ਵੀ ਖੁਸ਼ਹਾਲ ਹੋਣ। ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਵਪਾਰ ਕਰਨ ਦੀ ਪ੍ਰੇਰਨਾ ਦਿੱਤੀ। ਸਿੱਖ ਦੂਰ-ਦੂਰ ਦੇ ਪ੍ਰਾਂਤਾਂ ਤੱਕ ਵਪਾਰ ਲਈ ਜਾਣ ਲੱਗ ਪਏ। ਗੁਰੂ ਜੀ ਨੇ ਪ੍ਰੇਰਨਾ ਤੇ ਸਿੱਖ ਘੋੜਿਆਂ ਦੇ ਵਪਾਰਾਂ ਲਈ ਕਾਬਲ ਅਤੇ ਉਸ ਤੋਂ ਵੀ ਅੱਗੇ ਜਾਣ ਲੱਗੇ। ਉਹਨਾਂ ਇਲਾਕਿਆਂ ਵਿੱਚ ਕਈ ਸਿੱਖਾਂ ਨੇ ਆਪਣੀ ਪੱਕੀ ਰਿਹਾਇਸ਼ ਵੀ ਬਣਾ ਲਈ।